ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ CS ਲੈਕਚਰ ਦੇ ਉੱਪਰ। ਡਾਟਾ ਸਟਰਕਚਰ ਦੀ ਸੀਰੀਜ਼ ਦੇ ਵਿੱਚ ਅੱਜ ਆਪਣਾ ਸੈਕੰਡ ਲੈਕਚਰ ਹੈ। ਫਸਟ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਡਾਟਾ ਸਟਰਕਚਰ ਕੀ ਹੈ, ਡਾਟਾ ਸਟਰਕਚਰ ਦਾ ਰੋਲ ਕੀ ਹੈ, ਉਹਦੀ ਨੀਡ ਕੀ ਹੈ, ਅਤੇ ਕੁਛ ਆਪਾਂ ਟਾਈਪਸ ਦੇਖੀਆਂ ਸੀ ਡਾਟਾ ਸਟਰਕਚਰ ਦੀਆਂ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਦੇਖਣਾ ਕਿ ਐਲਗੋਰਿਦਮ ਕੀ ਹੈ ਅਤੇ ਐਲਗੋਰਿਦਮ ਕੰਪਲੈਕਸਿਟੀ ਕੀ ਹੈਗੀ ਹੈ, ਟਾਈਮ ਸਪੇਸ ਟ੍ਰੇਡ ਆਫ ਦਾ ਕੀ ਕੰਸੈਪਟ ਹੈਗਾ, ਅਤੇ ਕਿਹੜੀਆਂ ਨੋਟੇਸ਼ਨਸ ਜਾਂ ਕਿਹੜੇ ਟੈਕਨੀਕਸ ਨੇ, ਮੈਥਡਸ ਨੇ ਜਿਹਦੇ ਨਾਲ ਆਪਾਂ ਐਲਗੋਰਿਦਮ ਦੀ ਕੰਪਲੈਕਸਿਟੀ ਨੂੰ ਮੈਜ਼ਰ ਕਰ ਸਕਦੇ ਹਾਂ। ਠੀਕ ਹੈ ਜੀ, ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। ਫਸਟ ਆਫ ਆਲ ਆਪਾਂ ਗੱਲ ਕਰਾਂਗੇ ਐਲਗੋਰਿਦਮ। ਐਲਗੋਰਿਦਮ ਕੀ ਹੈ? ਐਲਗੋਰਿਦਮ ਸਿੰਪਲ ਕੀ ਹੈ, ਇੱਕ ਸੀਕੁਐਂਸ ਆਫ ਇੰਸਟਰਕਸ਼ਨਸ ਨੇ ਔਰ ਟਾਸਕ ਟੂ ਕੈਰੀ ਆਊਟ ਇਨ ਆਰਡਰ ਟੂ ਸੋਲਵ ਅ ਪਰਟੀਕੂਲਰ ਪ੍ਰੋਬਲਮ। ਠੀਕ ਹੈ ਜੀ, ਸਿੰਪਲ ਸੀਕੁਐਂਸ ਆਫ ਇੰਸਟਰਕਸ਼ਨਸ ਹੈ, ਸੀਕੁਐਂਸ ਆਫ ਸਟੈਪਸ ਨੇ ਜਿਨ੍ਹਾਂ ਨੂੰ ਫੋਲੋ ਕਰਦੇ ਹਾਂ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਐਲਗੋਰਿਦਮ ਹੈ ਜਿਹੜਾ ਉਹ ਡਿਜ਼ਾਈਨ ਕੀਤਾ ਜਾਂਦਾ ਹੈ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਲਈ। ਠੀਕ ਹੈ, ਅਤੇ ਐਲਗੋਰਿਦਮ ਕੀ ਹੁੰਦਾ ਹੈ? ਇੱਕ ਗਰੁੱਪ ਆਫ ਸਟੈਪਸ ਹੁੰਦੇ ਨੇ, ਗਰੁੱਪ ਆਫ ਇੰਸਟਰਕਸ਼ਨਸ। ਠੀਕ ਹੈ ਜੀ, ਇੱਕ ਸਿਸਟਮੈਟਿਕ ਮੈਨਰ ਦੇ ਵਿੱਚ ਹੁੰਦੀਆਂ ਨੇ, ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਹੁੰਦੀਆਂ ਨੇ ਕਿ ਫਸਟ ਸਟੈਪ ਦੇ ਵਿੱਚ ਕੀ ਹੋਣਾ ਪਹਿਲਾਂ ਕੰਮ, ਸੈਕਿੰਡ ਦੇ ਵਿੱਚ ਕੀ ਹੋਣਾ, ਥਰਡ ਦੇ ਵਿੱਚ ਕੀ ਹੋਣਾ, ਫੋਰਥ ਦੇ ਵਿੱਚ ਕੀ ਹੋਣਾ। ਕਲੀਅਰ? ਮਤਲਬ ਇੱਕ ਸੀਕੁਐਂਸ ਆਫ ਇੰਸਟਰਕਸ਼ਨਸ ਨੇ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ। ਐਗਜ਼ਾਮਪਲ ਲਈ ਕੀ ਹੁੰਦਾ ਹੈ ਕਿ ਹੁਣ ਇੱਕ ਪੁਆਇੰਟ ਹੋ ਰਿਹਾ ਇਹਦਾ ਐਗਜ਼ਾਮਪਲ ਆਪਾਂ ਫਿਰ ਦੇਖਦੇ ਹਾਂ ਕਿ ਐਲਗੋਰਿਦਮ ਜਿਹੜਾ ਹੈ ਇਹ ਕਿਸੇ ਪ੍ਰੋਗਰਾਮਿੰਗ ਲੈਂਗੁਏਜ 'ਤੇ ਬੇਸ ਨਹੀਂ ਹੁੰਦਾ। ਠੀਕ ਹੈ, ਐਲਗੋਰਿਦਮ ਸਿੰਪਲ ਇੱਕ ਸੀਕੁਐਂਸ ਆਫ ਇੰਸਟਰਕਸ਼ਨਸ ਨੇ, ਸਟੈਪਸ ਨੇ, ਜਨਰਲ ਇੰਗਲਿਸ਼ ਲੈਂਗੁਏਜ ਆਪਾਂ ਯੂਜ਼ ਕਰਕੇ ਲਿਖ ਲੈਂਦੇ ਹਾਂ। ਠੀਕ ਹੈ, ਐਲਗੋਰਿਦਮ ਡਿਜ਼ਾਈਨ ਕਰ ਲਿਆ ਕਿ ਇਹ ਪ੍ਰੋਬਲਮ ਸੀਗੀ, ਇਹਨੂੰ ਇਸ ਤਰ੍ਹਾਂ ਆਪਾਂ ਸੋਲਵ ਕਰਨਾ ਸਟੈਪ ਬਾਏ ਸਟੈਪ, ਦੈਨ ਆਪਾਂ ਉਹਨੂੰ ਐਲਗੋਰਿਦਮ ਨੂੰ ਪ੍ਰੋਗਰਾਮਿੰਗ 'ਚ ਕਨਵਰਟ ਕਰ ਸਕਦੇ ਹਾਂ। ਠੀਕ ਹੈ, ਕੋਈ ਵੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕਰਕੇ ਫਿਰ ਆਪਾਂ ਉਹਦੇ 'ਚ ਉਹਨੂੰ ਕਨਵਰਟ ਕਰ ਸਕਦੇ ਹਾਂ ਈਜ਼ੀਲੀ। ਠੀਕ ਹੈ ਜੀ, ਹੁਣ ਐਗਜ਼ਾਮਪਲ ਲਈ ਐਲਗੋਰਿਦਮ ਦੀ ਅਗਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਕਿ ਜਿਵੇਂ ਆਪਣੇ ਕੋਲ ਕੋਈ ਐਡ ਕਰਨਾ ਦੋ ਨੰਬਰਾਂ ਨੂੰ। ਠੀਕ ਹੈ, ਸਿੰਪਲ ਐਗਜ਼ਾਮਪਲ ਆ। ਹੁਣ ਦੋ ਨੰਬਰਸ ਨੂੰ ਐਡ ਕਰਨਾ ਹੈ, ਫਿਰ ਆਪਾਂ ਉਹਦਾ ਰਿਜ਼ਲਟ ਪ੍ਰਿੰਟ ਕਰਨਾ ਹੈ। ਹੁਣ ਇਹਦਾ ਅਗਰ ਆਪਾਂ ਐਲਗੋਰਿਦਮ ਡਿਜ਼ਾਈਨ ਕਰਨਾ ਹੋਵੇ ਤਾਂ ਆਪਾਂ ਕਿਵੇਂ ਕਰਾਂਗੇ? ਹੁਣ ਇਹਦੇ ਲਈ ਆਪਾਂ ਨੂੰ ਥੋੜ੍ਹਾ ਉਹਦਾ ਲੌਜਿਕ ਜਿਹੜਾ ਉਹ ਮਾਈਂਡ 'ਚ ਰੱਖਣਾ ਪਏਗਾ ਕਿ ਫਸਟ ਸਟੈਪ ਦੇ ਵਿੱਚ ਆਪਾਂ ਦੋ ਨੰਬਰਸ ਨੂੰ ਐਡ ਕਰਨਾ। ਠੀਕ ਹੈ, ਇਨਪੁਟ ਕਰਨਾ ਹੈ ਦੋ ਨੰਬਰਸ ਨੂੰ। ਠੀਕ ਹੈ, ਦੈਨ ਉਹਨਾਂ ਦੀਆਂ ਜੋ ਵੀ ਵੈਲਿਊਜ਼ ਨੇ ਇਨਪੁਟ ਆਪਾਂ ਕਰ ਲੈਣੀਆਂ ਨੇ। ਠੀਕ ਹੈ, ਦੈਨ ਕੀ ਹੋਣਾ ਹੈ, ਨੈਕਸਟ ਸਟੈਪ ਦੇ ਵਿੱਚ ਉਹਨਾਂ ਦੀ ਐਡੀਸ਼ਨ ਕੀਤੀ ਜਾਏਗੀ ਅਤੇ ਜਿਹੜਾ ਉਹਨਾਂ ਦਾ ਰਿਜ਼ਲਟ ਹੈ ਉਹ ਕਿਸੇ ਤੀਸਰੇ ਵੇਰੀਏਬਲ 'ਚ ਆਪਾਂ ਸਟੋਰ ਕਰਾਂਗੇ। ਠੀਕ ਹੈ ਜੀ, ਸਟੋਰ ਕਰਨ ਤੋਂ ਬਾਅਦ ਜਿਹਦੇ ਵਿੱਚ ਰਿਜ਼ਲਟ ਆਇਆ ਐਡੀਸ਼ਨ ਦਾ, ਉਹ ਵੇਰੀਏਬਲ ਨੂੰ ਆਪਾਂ ਪ੍ਰਿੰਟ ਕਰ ਲਾਂਗੇ, ਡਿਸਪਲੇ ਕਰਾ ਲਾਂਗੇ। ਠੀਕ ਹੈ ਜੀ, ਦੈਨ ਆਪਾਂ ਸਟੋਪ ਕਰਾਂਗੇ। ਠੀਕ ਹੈ, ਇਹ ਹੁਣ 3-4 ਸਟੈਪ ਨੇ ਕਿ ਪਹਿਲਾਂ ਦੋ ਨੰਬਰਸ ਨੂੰ ਇਨਪੁਟ ਕਰਾਂਗੇ, ਫਿਰ ਉਹਨਾਂ ਨੂੰ ਐਡ ਕਰਾਂਗੇ, ਦੈਨ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਤੀਸਰੇ ਵੇਰੀਏਬਲ 'ਚ ਸਟੋਰ ਕਰਵਾਵਾਂਗੇ, ਫਿਰ ਉਹ ਥਰਡ ਵੇਰੀਏਬਲ ਨੂੰ ਆਪਾਂ ਪ੍ਰਿੰਟ ਕਰ ਲਾਂਗੇ ਜਿਹਦੇ ਵਿੱਚ ਐਡੀਸ਼ਨ ਆਈ ਹੈ। ਠੀਕ ਹੈ, ਇਸ ਤਰ੍ਹਾਂ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਦੇ ਹਾਂ। ਹੁਣ ਨੈਕਸਟ ਜਿਹੜਾ ਆਪਣੇ ਕੋਲ ਪੁਆਇੰਟ ਹੈ ਉਹ ਹੈ ਐਲਗੋਰਿਦਮ ਕੰਪਲੈਕਸਿਟੀ। ਹੁਣ ਆਪਾਂ ਦੇਖਦੇ ਹਾਂ ਕਿ ਐਲਗੋਰਿਦਮ ਕੰਪਲੈਕਸਿਟੀ ਕੀ ਹੈ। ਹੁਣ ਇੱਕ ਪੁਆਇੰਟ ਹੋਰ ਹੈ ਕਿ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਮਲਟੀਪਲ ਐਲਗੋਰਿਦਮਸ ਅਵੇਲੇਬਲ ਹੁੰਦੇ ਆ। ਠੀਕ ਹੈ ਜੀ, ਮਲਟੀਪਲ ਐਲਗੋਰਿਦਮਸ ਅਵੇਲੇਬਲ ਹੁੰਦੇ ਆ, ਫਿਰ ਉਹਨਾਂ 'ਚੋਂ ਬੈਸਟ ਐਲਗੋਰਿਦਮ ਕਿਹੜਾ ਹੈ? ਠੀਕ ਹੈ, ਬੈਸਟ ਐਲਗੋਰਿਦਮ ਕਿਹੜਾ ਹੈ ਇਹਨੂੰ ਆਪਾਂ ਚੂਜ਼ ਕਰਨਾ ਹੈ, ਉਹ ਡਿਪੈਂਡ ਕਰੇਗਾ ਐਲਗੋਰਿਦਮ ਦੀ ਕੰਪਲੈਕਸਿਟੀ 'ਤੇ। ਠੀਕ ਹੈ ਜੀ, ਹੁਣ ਐਲਗੋਰਿਦਮ ਕੰਪਲੈਕਸਿਟੀ ਕੀ ਹੈ? ਐਲਗੋਰਿਦਮ ਕੰਪਲੈਕਸਿਟੀ ਹੈ ਕਿ ਕੋਈ ਵੀ ਐਲਗੋਰਿਦਮ ਹੈ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿੰਨਾ ਟਾਈਮ ਲੈ ਰਿਹਾ। ਠੀਕ ਹੈ, ਅਤੇ ਕਿੰਨੀ ਸਪੇਸ ਲੈ ਰਿਹਾ। ਠੀਕ ਹੈ, ਕਿੰਨਾ ਟਾਈਮ ਲੈ ਰਿਹਾ। ਠੀਕ ਹੈ, ਉਹ ਕੀ ਹੋਏਗੀ ਉਹਦੀ ਟਾਈਮ ਕੰਪਲੈਕਸਿਟੀ, ਅਤੇ ਕਿੰਨੀ ਉਹ ਸਪੇਸ ਐਕਵਾਇਰ ਕਰ ਰਿਹਾ ਉਹ ਕੀ ਹੈ ਉਹਦੀ ਸਪੇਸ ਕੰਪਲੈਕਸਿਟੀ। ਠੀਕ ਹੈ, ਇਹਨਾਂ ਦੋਨਾਂ ਨੂੰ ਆਪਾਂ ਫਾਈਂਡ ਆਊਟ ਕਰਕੇ ਫਿਰ ਇਹ ਬਾਕੀ ਦੇ ਐਲਗੋਰਿਦਮਸ ਦੇ ਨਾਲ ਕੰਪੇਅਰ ਕਰਕੇ ਜਿਹਦੀ ਟਾਈਮ ਕੰਪਲੈਕਸਿਟੀ ਸਪੇਸ ਕੰਪਲੈਕਸਿਟੀ ਘੱਟ ਹੈ, ਠੀਕ ਹੈ, ਉਹ ਫਿਰ ਹੁੰਦਾ ਬੈਸਟ ਐਲਗੋਰਿਦਮ। ਕਲੀਅਰ? ਕਿ ਆਪਾਂ ਕਿਸੇ ਐਲਗੋਰਿਦਮ ਦੀ ਟਾਈਮ ਕੰਪਲੈਕਸਿਟੀ ਫਾਈਂਡ ਆਊਟ ਕਰ ਲੈਂਦੇ ਹਾਂ, ਦੈਨ ਆਪਾਂ ਉਹ ਟਾਈਮ ਕੰਪਲੈਕਸਿਟੀ ਬਾਕੀ ਦੇ ਐਲਗੋਰਿਦਮਸ ਦੇ ਨਾਲ ਕੰਪੇਅਰ ਕਰਾਂਗੇ, ਜਿਹੜਾ ਬੈਸਟ ਹੋਏਗਾ, ਜਿਹੜਾ ਘੱਟ ਜਿਹੜਾ ਟਾਈਮ ਐਕਵਾਇਰ ਕਰ ਰਿਹਾ ਹੋਏਗਾ, ਉਹ ਆਪਣਾ ਜਿਹੜਾ ਹੈ ਬੈਸਟ ਐਲਗੋਰਿਦਮ ਹੋਏਗਾ। ਕਲੀਅਰ? ਹੁਣ ਇੱਥੋਂ ਦੇਖਦੇ ਹਾਂ ਥੋੜ੍ਹਾ ਪੁਆਇੰਟ। ਡਿਫਰੈਂਟ ਐਲਗੋਰਿਦਮਸ ਮੇ ਕੰਪਲੀਟ ਸੇਮ ਟਾਸਕ
with a different set of instructions in less or more। ठीक है, डिफरेंट एल्गोरिथम्स अवेलेबल होंगे किसी भी सेम प्रॉब्लम सॉल्व करने लिए। किसी विच इंस्ट्रक्शनस ज़्यादा होणगियां लिखियां, किसी विच घट हो सकदियां ने। ठीक है, जां कोई स्पेस वध लै सकदा है, कोई जिहड़ा स्टोरेज स्पेस घट लै सकदा है। ठीक है जी, सो यूजली वी आर इंटरस्टेड इन द टाइम टेकन बाय एन एल्गोरिथम। ठीक है, टाइम टेकन बाय एल्गोरिथम to run its time complexity and the amount of the memory required by the algorithm its space complexity। क्लियर है जी। उस तो बाद नेक्स्ट की है पॉइंट, द complexity of an algorithm gives us the running time and memory space required by the algorithm for processing the input। ਕੰਪਲੈਕਸਿਟੀ ਦੇ ਵਿੱਚ ਆਪਾਂ ਕੀ ਕਰਦੇ ਹਾਂ ਵੀ एक एल्गोरिथम प्रॉब्लम किसी को सॉल्व करने लिए कितना टाइम लै रहा है। ठीक है जी, तो कितनी स्पेस एक्वायर कर रहा है। हुण फस्ट जिहड़ा आपां देखांगे टाइम कंपलैक्सिटी। टाइम कंपलैक्सिटी दे विच की है कि एवरी कोई भी एल्गोरिथम है वो थोड़ी अमाउंट ऑफ टाइम जिहड़ा एक्वायर करेगा टू एग्जीक्यूट। ठीक है जी, टाइम कंपलैक्सिटी ऑफ एन एल्गोरिथम जिहड़ी है और डिटरमाइन द अमाउंट ऑफ टाइम रिक्वायर फॉर द एग्जीक्यूशन ऑफ द एल्गोरिथम। ठीक है, टाइम कंपलैक्सिटी की है, टाइम मेजर करना टाइम एक्वायर्ड बाय द एल्गोरिथम टू सॉल्व एनी प्रॉब्लम। ठीक है जी, हुण यह कुछ इंपॉर्टेंट पॉइंट्स ने टाइम कंपलैक्सिटी के केस दे विच कि टाइम कंपलैक्सिटी फाइंड आउट करना क्यों जरूरी है। टू नो इन एडवांस वैदर द टाइम टेकन बाय एन एल्गोरिथम टू एग्जीक्यूट इज़ विद इन द एक्सैप्टेबल लिमिट्स और नॉट। ठीक है, कि अगर आपां नूं रिक्वायर्ड है भी एक फिक्स अमाउंट ऑफ टाइम आ जिहदे अंदर अंदर आपां नूं जिहड़ा एल्गोरिथम है वो प्रॉब्लम नूं सॉल्व कर दे। ठीक है, फस्ट आपां ऐ देखांगे भी वो टाइम कितना एक्वायर करेगा। सैकेंड पॉइंट की है, गिवन प्रॉब्लम मे बी सोल्वड बाय, इत्थे सोल्वड आएगा, सोल्वड यूजिंग डिफरेंट एल्गोरिथम्स टू चूज द बेस्ट एल्गोरिथम। we need to know the time required by each algorithm। the best choice in this case will be algorithm which takes less amount of time। ठीक है जी, जी टाइम कंपलैक्सिटी है एल्गोरिथम की। ठीक है जी, वो डिपेंड करती नंबर ऑफ फैक्टर्स से। नंबर ऑफ फैक्टर्स मतलब फस्ट की है पॉइंट मशीन। ठीक है, सैकेंड की है साइज़ ऑफ इनपुट। ठीक है जी, हुण इन्हां दोनों फैक्टर्स तो आप टाइम कंपलैक्सिटी का आइडिया लगा सकते, मेजर कर सकते हैं। हुण मशीन ऑन विच द एल्गोरिथम इज़ टू बी एग्जीक्यूटेड। मशीन सिस्टम हार्डवेयर जिहदे उपर आप एल्गोरिथम चलाउणा है। ठीक है, हो सकता है कि एक सिस्टम आप जो एल्गोरिथम रन किया उन्हें घट टाइम लिया। ठीक है, दूसरे सिस्टम से जो आप सेम एल्गोरिथम रन करते हैं तो वो टाइम ज़्यादा एक्वायर कर लेंदा। ठीक है, क्योंकि सैकेंड सिस्टम जो देखो हार्डवेयर जोड़ा पुराना हो सकता है, रैम मैमरी घट हो सकती है। ठीक है, यह कुछ हार्डवेयर के फैक्टर्स ने, मशीन फैक्टर्स ने कि जिन्होंने डिपेंड करता है कि एल्गोरिथम की कितनी टाइम कंपलैक्सिटी हो सकती है। ठीक है जी, थर्ड की इट इंक्लूड्स द प्रोसैसर स्पीड। ठीक है, टाइप ऑफ ऑपरेटिंग सिस्टम एंड अमाउंट ऑफ द मेमोरी may vary from machine to machine, so the time complexity of an algorithm is usually expressed as the input function of input size। ठीक है जी, फंक्शन ऑफ इनपुट साइज़। इनपुट साइज़ नूं लैके आपां जिहड़ी टाइम कंपलैक्सिटी मेजर करांगे। नेक्स्ट की है, द साइज ऑफ द इनपुट इज़ टिपिकली डिनोटेड बाय n and the running time of an algorithm is denoted by f of n। f of n, by using the size of input we can get enough estimate, a rough estimate। okay, we can get a rough estimate of the cost of execution of the algorithm। ठीक है जी, इनपुट साइज़ तो जोड़ा आप आइडिया लगा सकते हैं। ठीक है,
कि जिहड़ा एल्गोरिदम है वो कितना मतलब टाइम जिहड़ा वो एक्वायर करेगा। हर वीडियो हाँ जी स्टूडेंट्स, इनपुट साइज़ ਨੂੰ ਆਪਾਂ ਕਿਉਂ ਲੈ ਰਹੇ ਹਾਂ? ਸਾਈਜ਼ ਆਫ ਇਨਪੁਟ, ਸਾਈਜ਼ ਆਫ ਇਨਪੁਟ ਕਿਉਂ ਆਪਾਂ ਲੈ ਰਹੇ ਹਾਂ? ਕਿਉਂਕਿ ਅਗਰ ਜੋ ਵੀ ਆਪਾਂ ਵੈਲਿਊਜ਼ ਲੈ ਰਹੇ ਹਾਂ ਆਪਣੇ ਐਲਗੋਰਿਦਮ ਦੇ ਵਿੱਚ, ਆਪਣੇ ਪ੍ਰੋਗਰਾਮ ਦੇ ਵਿੱਚ, ਠੀਕ ਹੈ, ਜੋ ਵੀ ਆਪਾਂ ਡਾਟਾ ਲੈ ਰਹੇ ਹਾਂ, ਅਗਰ ਉਹ ਡਾਟਾ ਵੱਧਦਾ ਹੈ, ਠੀਕ ਹੈ, ਤਾਂ ਉਹਦੇ ਨਾਲ ਓਨਾ ਹੀ ਉਹਦਾ ਐਗਜ਼ੀਕਿਊਸ਼ਨ ਟਾਈਮ ਹੈ ਜਿਹੜਾ ਐਲਗੋਰਿਦਮ ਦਾ, ਉਹਨੂੰ ਪ੍ਰੋਸੈਸ ਕਰਨ ਲਈ ਵਧੇਗਾ। ਠੀਕ ਹੈ ਜੀ। The basic approach to measure the time complexity of an algorithm is by counting the number of key operations। ठीक है, बेसिक आइडिया की है जो अपन साइज ऑफ इनपुट आप किमें काउंट कर सकते हैं? बाय काउंटिंग द नंबर ऑफ की ऑपरेशंस। ठीक है, नंबर ऑफ की ऑपरेशंस मतलब किन्ने ऑपरेशंस लगाने पै रहे एल्गोरिदम नू। ठीक है, एग्जाम्पल ਲਈ सपोज अगर आप फोर लूप लगाई है एक तो 10 तक, अगर आप फोर लूप लगा रहे हैं, ठीक है जी, 1 ਤੋਂ 10 तक आप कुछ प्रिंट कर रहे हैं, ठीक है, 1 ਤੋਂ लैके 10 तक। ਹੁਣ ਇਹਦੇ ਕੇਸ ਦੇ ਵਿੱਚ ਕਿੰਨੇ ਆਪਰੇਸ਼ਨਸ ਚੱਲਣਗੇ? 10 ਆਪਰੇਸ਼ਨਸ। ਠੀਕ ਹੈ, ਹਰ ਵਾਰੀ ਜਦੋਂ ਲੂਪ ਚੱਲੇਗੀ ਇੱਕ ਆਪਰੇਸ਼ਨ ਚੱਲੇਗਾ, 10 ਜਿਹੜਾ ਆਪਣੇ ਕੋਲ 10 ਆਪਰੇਸ਼ਨਸ ਚੱਲਣਗੇ। ਹੁਣ ਆਪਣੇ ਕੋਲ ਟੋਟਲ n ਕਿੰਨਾ? 10। ਠੀਕ ਹੈ, ਇਨਪੁਟ ਸਾਈਜ਼ ਕਿੰਨਾ ਆਪਣੇ ਕੋਲ? n। ਠੀਕ ਹੈ, ਸੋ ਇਸ ਕੇਸ ਦੇ ਵਿੱਚ ਇਹਦੀ ਕੰਪਲੈਕਸਿਟੀ ਕਿੰਨੀ ਹੋਏਗੀ? बिग O N, क्योंकि 1 ਤੋਂ 10 तक ही उन्हें चलना है। n किन्ने अपने कोल 10। ठीक है, तो ऑपरेशंस भी किन्ने चलने ने? 10 चलने ने, इक्वल टू n। ठीक है, सो यदि कंपलैक्सिटी किन्नी होएगी? n टाइम कंपलैक्सिटी। क्लियर। नेक्स्ट की इन सॉर्टिंग एल्गोरिदम्स इन सॉर्टिंग द नंबर ऑफ की ऑपरेशंस इज द in sorting the number of key operations, number of comparisons is the key operations। ठीक है, the time complexity is expressed as a function of the number of key operations performed, ਜਾਂ ਆਪਾਂ ਕਹਿ ਸਕਦੇ ਹਾਂ function of input। ने measuring the time complexity, ਹੁਣ ਇਹਦੇ ਵਿੱਚ 3 ਕੇਸਿਸ ਨੇ ਜਿਹਦੇ ਨਾਲ ਆਪਾਂ ਟਾਈਮ ਕੰਪਲੈਕਸਿਟੀ ਮੇਜਰ ਕਰਦੇ ਹਾਂ: ਐਵਰੇਜ ਕੇਸ, ਵਰਸਟ ਕੇਸ ਤੇ ਬੈਸਟ ਕੇਸ। ਠੀਕ ਹੈ ਜੀ। ਹੁਣ ਐਵਰੇਜ ਕੇਸ ਕੀ ਹੈ? ਐਵਰੇਜ ਕੇਸ ਮਤਲਬ ਐਵਰੇਜ ਕੇਸ ਦੇ ਵਿੱਚ ਕੰਪਲੈਕਸਿਟੀ ਆਫ ਐਨ ਐਲਗੋਰਿਥਮ ਇਜ਼ ਦਾ ਫੰਕਸ਼ਨ ਡਿਫਾਈਨਡ ਬਾय ਐਵਰੇਜ ਨੰਬਰ ਆਫ ਸਟੈਪਸ ਟੇਕਨ ਔਨ ਐਨੀ ਇੰਸਟੈਂਸ ਆਫ ਸਾਈਜ਼ n। n मतलब इनपुट साइज़ ਜਿਹੜਾ n है। ठीक है जी। एवरेज नंबर ऑफ स्टैप्स, एवरेज नंबर ऑफ की ऑपरेशंस जो चलाने पैंदे आ। ओके, इट इज़ द एवरेज रनिंग टाइम ऑफ एन एल्गोरिदम्स। हुण सपोज करो कि अपने कोल अगर अपने कोल कोई 7 नंबरस ने, ठीक है, ए जरूरी नहीं कि नंबरस ने, सिर्फ नंबरिंग की है, कुछ भी वैल्यूज़ जड़ियाँ हो सकदियाँ, कुछ भी वैल्यूज़ हो सकदियाँ। 7 अपने कोल वैल्यूज़ ने। ठीक है जी। आपां कोई ਇਹਦੇ ਚੋਂ ਕੋਈ डाटा आप सर्च करना है, कोई आइटम नाम का वेरीएबल है जोड़ा आप सर्च करना, जिहदी वैल्यू आप सर्च करनी है। ठीक है जी। हुण की हुंदा है कि एवरेज कंपलैक्सिटी कदों आऊगी, इहदी एवरेज टाइम कंपलैक्सिटी कदों आएगी कि जदों सपोज आपां नूं जिहड़ा हुण इहदे विच करना की है सर्चिंग दे विच कि आपां अपने नंबर नूं फस्ट इंडिविजुअली हर एक एलीमेंट नाल 1 बाय 1 जिहड़ा आपां कंपेयर करना है। ठीक है जी। हुण देखो 1 बाय 1 आप कंपेयर करना है। ठीक है, 1 बाय 1 करना कंपेयर। हुण एवरेज केस ਜਾਂ एवरेज टाइम कंपलैक्सिटी कदों आएगी? ਜਦੋਂ ਆਪਾਂ ਨੂੰ ਆਪਣਾ ਨੰਬਰ ਸਪੋਜ਼ ਹੈ ਮਿਡ 'ਚ ਜਾ ਕੇ ਮਿਲ ਜਾਂਦਾ ਕਿ ਆਪਾਂ ਨੂੰ ਸਿਰਫ ਐਵਰੇਜ ਨੰਬਰ ਆਫ ਕੰਪੈਰੀਜ਼ਨਸ ਕਰਨੇ ਪਏ। ਠੀਕ ਹੈ ਜੀ। ਉਸ ਤੋਂ ਬਾਅਦ ਬੈਸਟ ਕੇਸ, ਜਿਹੜਾ ਬੈਸਟ ਕੇਸ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਬੈਸਟ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ
algorithm is the function defined by minimum number of steps taken on any instance of size n. minimum number of ਘੱਟ ਤੋਂ ਘੱਟ ਕੰਪੈਰੀਜ਼ਨਸ ਜਦੋਂ ਆਪਾਂ ਨੂੰ ਕਰਨੇ ਪੈਣ, ਠੀਕ ਹੈ ਜੀ, ਉਹ ਆਪਣਾ ਕਿਹੜਾ ਕੇਸ ਹੋਏਗਾ, ਬੈਸਟ ਕੇਸ ਹੋਏਗਾ। ਹੁਣ ਬੈਸਟ ਕੇਸ ਕਿਵੇਂ, ਸਪੋਜ਼ ਅਗਰ ਆਪਾਂ ਕੰਪੈਰੀਜ਼ਨ ਕਰਨਾ ਹੈ ਅਤੇ ਆਪਾਂ ਆਪਣੇ ਕੋਲ ਜਿਹੜਾ ਨੰਬਰ ਹੈ ਉਹ ਆਪਾਂ ਨੂੰ ਇੱਥੇ ਫਸਟ 'ਤੇ ਹੀ ਮਿਲ ਜਾਂਦਾ, ਇੱਕ ਹੀ ਕੰਪੈਰੀਜ਼ਨ ਕਰਦੇ ਹਾਂ, ਠੀਕ ਹੈ। ਅਤੇ ਉਹਦੇ ਕੇਸ 'ਚ ਜਿਹੜੀ ਟਾਈਮ ਕੰਪਲੈਕਸਿਟੀ ਹੋਏਗੀ ਉਹ ਐਨ ਹੋਏਗੀ, ਬਿਗ ਓ ਐਨ, ਠੀਕ ਹੈ। ਹੁਣ ਬਿਗ ਓ ਐਨ ਕੀ ਹੈ ਵੀ ਆਪਾਂ ਦੇਖਣਾ ਹੁਣੇ, ਮਤਲਬ ਆਪਾਂ ਨੂੰ ਪਹਿਲੇ ਜਾਂ ਦੂਜੇ ਨੰਬਰ 'ਤੇ ਮਿਲ ਜਾਂਦਾ ਨੰਬਰ, ਅਤੇ ਉਹ ਕੀ ਹੋਏਗਾ, ਆਪਣਾ ਬੈਸਟ ਕੇਸ ਹੋਏਗਾ। ਮਿਨੀਮਮ ਨੰਬਰ ਆਫ ਜਿਹੜੇ ਸਟੈਪਸ ਕੰਪੈਰੀਜ਼ਨਸ ਕਰਨੇ ਪਏ। ਸੈਕਿੰਡ ਜਿਹੜਾ ਸੀਗਾ ਵਸਟ ਕੇਸ ਜਿਹੜਾ ਹੋਏਗਾ, ਇਹ ਕਿਹੜਾ ਕੇਸ ਹੋਏਗਾ, ਜਦੋਂ ਆਪਾਂ ਨੂੰ ਮੈਕਸੀਮਮ ਨੰਬਰ ਆਫ ਕੀ ਆਪਰੇਸ਼ਨਸ ਚਲਾਉਣੇ ਪੈਂਦੇ ਨੇ, ਠੀਕ ਹੈ ਜੀ। ਮੈਕਸੀਮਮ ਨੰਬਰ ਆਫ, ਮੈਕਸੀਮਮ ਮਤਲਬ ਵੱਧ ਤੋਂ ਵੱਧ ਜਿੰਨੇ ਵੀ। ਹੁਣ ਦੇਖੋ ਅਗਰ ਆਪਣਾ ਸਪੋਜ਼ ਵੀ ਇਹਦੇ ਵਿੱਚ ਆਪਾਂ ਅਗਰ ਇੱਥੇ ਕੰਪੈਰੀਜ਼ਨ ਕੀਤਾ ਪਹਿਲਾਂ, ਠੀਕ ਹੈ ਜੀ, ਪਹਿਲਾਂ 1 ਨਾਲ ਕੰਪੈਰੀਜ਼ਨ ਕੀਤਾ, ਫਿਰ 2 ਨਾਲ, 3 ਨਾਲ, 4 ਨਾਲ, 5 ਨਾਲ, ਇੱਦਾਂ ਆਪਾਂ ਪੂਰੀ ਲਿਸਟ ਦੇ ਵਿੱਚ ਲਾਸਟ ਜਿਵੇਂ 7 ਨਾਲ ਕੰਪੇਅਰ ਕੀਤਾ ਤਾਂ ਵੀ ਨਹੀਂ ਆਪਾਂ ਨੂੰ ਨੰਬਰ ਮਿਲਿਆ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੋਏਗੀ, ਇਹਦੀ ਟਾਈਮ ਕੰਪਲੈਕਸਿਟੀ ਕੀ ਹੋਏਗੀ ਇਸ ਕੇਸ ਦੇ ਵਿੱਚ, ਜਦੋਂ ਆਪਾਂ ਨੂੰ ਕੋਈ ਆਪਣਾ ਰਿਕੁਆਇਰਡ ਨੰਬਰ ਨਹੀਂ ਫਾਊਂਡ ਹੁੰਦਾ, ਵਸਟ ਕੇਸ, ਟਾਈਮ ਕੰਪਲੈਕਸਿਟੀ ਹੋਏਗੀ n, ਕਿਉਂਕਿ ਆਪਣੇ ਕੋਲ ਟੋਟਲ ਕਿੰਨੇ ਨੰਬਰ ਨੇ, 7, ਟੋਟਲ 7 ਨੇ, ਮੈਕਸੀਮਮ ਕਿੰਨੇ ਨੰਬਰ ਨੇ, 7, ਅਤੇ ਮੈਕਸੀਮਮ ਨੰਬਰ ਆਫ ਕੰਪੈਰੀਜ਼ਨਸ ਕਿੰਨੇ ਚੱਲਣੇ ਨੇ, 7 n, ਠੀਕ ਹੈ। ਸੋ ਇਹਦੀ ਟਾਈਮ ਕੰਪਲੈਕਸਿਟੀ ਕਿੰਨੀ ਹੋਈ, n। ਨੈਕਸਟ ਆਪਣੇ ਕੋਲ ਸਪੇਸ ਕੰਪਲੈਕਸਿਟੀ ਹੈ, ਠੀਕ ਹੈ ਜੀ। ਸਪੇਸ ਕੰਪਲੈਕਸਿਟੀ ਐਲਗੋਰਿਦਮ ਦੀ ਸਪੇਸ ਕੰਪਲੈਕਸਿਟੀ ਕੀ ਦੱਸਦੀ ਹੈ ਕਿ ਅਮਾਊਂਟ ਆਫ ਮੈਮਰੀ ਰਿਕੁਆਇਰਡ ਬਾਏ ਦਾ ਐਲਗੋਰਿਦਮ, ਠੀਕ ਹੈ। ਅਮਾਊਂਟ ਆਫ ਸਪੇਸ ਜਾਂ ਮੈਮਰੀ ਰਿਕੁਆਇਰਡ ਫੋਰ ਦਾ ਐਗਜ਼ੀਕਿਊਸ਼ਨ ਆਫ ਦਾ ਐਲਗੋਰਿਦਮ, ਸਟੋਰ ਕਰਨ ਲਈ, ਰਨ ਕਰਨ ਲਈ, ਠੀਕ ਹੈ। ਉਸ ਤੋਂ ਬਾਅਦ ਕੰਪਲੈਕਸਿਟੀ ਦੇ ਅੰਦਰ ਆਪਣੇ ਕੋਲ 3 ਪੁਆਇੰਟਸ ਆ ਰਹੇ ਆ, 3 ਜਿਹੜੇ ਆਪਣੇ ਕੋਲ ਬੇਸਿਕ ਪੁਆਇੰਟਸ ਨੇ ਕਿ ਸਪੇਸ ਕੰਪਲੈਕਸਿਟੀ ਦੇ ਵਿੱਚ ਕੀ ਕੀ ਹੁੰਦਾ ਜਾਂ ਕਿਵੇਂ ਆਪਾਂ ਉਹਨੂੰ ਮੇਜ਼ਰ ਕਰ ਸਕਦੇ ਹਾਂ। ਫਸਟ ਆਫ ਆਲ ਇੰਸਟਰਕਸ਼ਨ ਸਪੇਸ, ਠੀਕ ਹੈ। ਐਲਗੋਰਿਦਮ ਨੂੰ ਚੱਲਣ ਲਈ, ਪ੍ਰੋਸੈਸ ਹੋਣ ਲਈ ਜਿਹੜਾ ਇੰਸਟਰਕਸ਼ਨ ਸਪੇਸ ਦੀ ਲੋੜ ਪੈਂਦੀ ਹੈ, ਸਪੇਸ ਰਿਕੁਆਇਰਡ ਬਾਏ ਦਾ ਐਲਗੋਰਿਦਮ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਇੰਸਟਰਕਸ਼ਨਸ ਸੈਟਸ ਕਿਹੜੀਆਂ, ਜਿਹੜੀਆਂ ਆਪਾਂ ਇੰਸਟਰਕਸ਼ਨਸ ਲਿਖੀਆਂ ਨੇ, ਕੋਡ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ, ਜਿਹੜਾ ਕੋਡ ਹੈ, ਜਿਹੜੇ ਐਕਚੁਅਲ ਇੰਸਟਰਕਸ਼ਨਸ ਲਿਖੀਆਂ ਨੇ ਵੀ ਹੁਣ ਐਡ ਹੋਣਾ ਜਾਂ ਸਬਟਰੈਕਸ਼ਨ ਹੋਣੀ ਹੈ ਜਾਂ ਮਲਟੀਪਲੀਕੇਸ਼ਨ ਹੋਣੀ ਹੈ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਹੈ ਡਾਟਾ ਸਪੇਸ। ਡਾਟਾ ਸਪੇਸ ਮਤਲਬ ਜੋ ਤੁਹਾਡੇ ਕੋਲ ਡਾਟਾ ਆ, ਇਨਫੋਰਮੇਸ਼ਨ ਆ, ਠੀਕ ਹੈ, ਉਹ ਡਾਟਾ ਵੇਰੀਏਬਲਸ ਨੇ ਜਿਹੜੇ ਐਲਗੋਰਿਦਮ ਨੂੰ ਚਾਹੀਦੇ ਨੇ, ਠੀਕ ਹੈ, ਉਹ ਵੀ ਤਾਂ ਕਿਤੇ ਸਟੋਰ ਹੋਣਗੇ, ਕਲੀਅਰ। ਉਸ ਤੋਂ ਬਾਅਦ ਨੈਕਸਟ ਥਰਡ ਜਿਹੜਾ ਪੁਆਇੰਟ ਹੈ, ਥਰਡ ਪੁਆਇੰਟ ਦੇ ਵਿੱਚ ਕੀ ਹੁੰਦਾ ਹੈ, ਸਪੇਸ ਕੰਪਲੈਕਸਿਟੀ ਦਾ ਥਰਡ ਪੁਆਇੰਟ ਹੈ ਕਿ ਇਨਵਾਇਰਮੈਂਟ ਸਟੈਕ ਸਪੇਸ, ਸਪੇਸ ਰਿਕੁਆਇਰਡ ਫॉर ਸਟੋਰਿੰਗ ਦਾ ਇਨਫੋਰਮੇਸ਼ਨ ਆਫ ਦਾ ਸਸਪੈਂਡਡ ਪਾਰਸ਼ਲੀ ਕੰਪਲੀਟਡ ਫੰਕਸ਼ਨਸ ਹੁੰਦੇ ਆ ਜਿਹੜੇ, ਠੀਕ ਹੈ। ਐਜ਼ ਦਾ ਮੈਮਰੀ ਆਫ ਮਸ਼ੀਨ ਇਨਕਰੀਜ਼ਜ਼ ਰੈਪਿਡਲੀ ਵੀ ਨੀਡ ਨਾਟ ਵਰੀ ਅਬਾਊਟ ਦਾ ਸਪੇਸ ਰਿਕੁਆਇਰਮੈਂਟ, ਠੀਕ ਹੈ। ਟਾਈਮ ਕੰਪਲੈਕਸਿਟੀ ਔਨ ਐਲਗੋਰਿਦਮ ਇਜ਼ ਮੋਰ ਕ੍ਰਿਟੀਕਲ ਦੈਨ ਸਪੇਸ। ਸੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਸਟੋਰੇਜ ਸਪੇਸ ਜਿਹੜੀ ਉਹ ਕਾਫੀ ਮਿਲ ਜਾਂਦੀ ਹੈ, ਠੀਕ ਹੈ। ਅਤੇ ਸਪੇਸ ਕੰਪਲੈਕਸਿਟੀ ਨੂੰ ਆਪਾਂ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ, ਆਪਾਂ ਇੰਪੋਰਟੈਂਸ ਦਿੰਦੇ ਹਾਂ ਟਾਈਮ ਕੰਪਲੈਕਸਿਟੀ ਨੂੰ, ਠੀਕ ਹੈ ਜੀ। ਟਾਈਮ ਕੰਪਲੈਕਸਿਟੀ, ਟਾਈਮ ਕੰਪਲੈਕਸਿਟੀ ਦੇ ਵਿੱਚ ਆਪਾਂ ਕੀ ਫਾਊਂਡ ਕਰਦੇ ਹਾਂ ਕਿ ਜਿਹੜਾ ਐਲਗੋਰਿਦਮ ਹੈ ਉਹ ਕਿੰਨੀ ਅਮਾਊਂਟ ਆਫ ਮੈਮਰੀ ਰਿਕੁਆਇਰ ਕਰਦਾ। ਹਾਂਜੀ, ਜਿਹੜਾ ਨੈਕਸਟ ਆਪਣਾ ਟੌਪਿਕ ਹੈ ਹੁਣ ਉਹ ਆਪਣਾ ਹੈਗਾ ਟਾਈਮ ਸਪੇਸ ਟ੍ਰੇਡ ਆਫ। ਕੀ ਮਤਲਬ ਹੈ ਇਹਦਾ ਕਿ ਬੈਸਟ ਐਲਗੋਰਿਦਮ, ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਪ੍ਰੋਬਲਮ, ਕਿਸੇ ਵੀ ਪ੍ਰੋਬਲਮ ਸੋਲਵ ਲਈ ਜਿਹੜਾ ਬੈਸਟ ਐਲਗੋਰਿਦਮ ਹੈ ਉਹ ਕਿਹੜਾ ਹੈ ਕਿ ਜਿਹੜਾ ਲੈਸ ਸਪੇਸ ਐਕਵਾਇਰ ਕਰੇ ਅਤੇ ਲੈਸ ਟਾਈਮ ਜਿਹੜਾ ਉਹ ਐਕਵਾਇਰ ਕਰੇ ਆਪਣੀ ਐਗਜ਼ੀਕਿਊਸ਼ਨ ਨੂੰ ਕੰਪਲੀਟ ਕਰਨ ਲਈ, ਠੀਕ ਹੈ। ਬਟ ਐਕਚੁਅਲ ਪ੍ਰੈਕਟਿਸ ਦੇ ਵਿੱਚ ਆਲਵੇਜ਼ ਪੋਸੀਬਲ ਨਹੀਂ ਹੁੰਦਾ ਕਿ ਇਹਨਾਂ ਦੋਨਾਂ ਫੈਕਟਰਸ ਨੂੰ ਆਪਾਂ ਅਚੀਵ ਕਰ ਪਾਈਏ, ਠੀਕ ਹੈ। ਕੋਈ ਐਲਗੋਰਿਦਮ ਹੋਏਗਾ ਜਿਹੜਾ ਟਾਈਮ ਘੱਟ ਅਜ਼ਿਊਮ ਕਰ ਰਿਹਾ ਹੋਏਗਾ ਬਟ ਸਪੇਸ ਜਿਹੜੀ ਸਟੋਰੇਜ ਸਪੇਸ ਵੱਧ ਹੋਏਗੀ, ਪਰ ਕਈ ਐਲਗੋਰਿਦਮਸ ਹੋਣਗੇ ਜਿਵੇਂ ਸਪੇਸ ਜਿਹੜੀ ਹੈ ਉਹ ਘੱਟ ਲੈ ਰਹੇ ਹੋਣਗੇ ਬਟ ਟਾਈਮ ਜਿਹੜਾ ਉਹ ਵੱਧ ਲੈ ਰਹੇ ਹੋਣਗੇ, ਠੀਕ ਹੈ। ਪਰ ਆਪਣਾ ਜਿਹੜਾ ਮੇਨ ਫੋਕਸ ਉਹ ਕਿਹੜੇ 'ਤੇ ਹੈ, ਟਾਈਮ 'ਤੇ ਹੈ।
ठीक है। this thus we may to sacrifice one at the cost of another, but we can say that there exists time space trade off among the algorithm। ठीक है, ਹੁਣ ਇਹ ਕੀ ਦੱਸਿਆ ਕਿ ਟਾਈਮ ਜਿਹੜਾ ਹੈ, ਅਗਰ ਆਪਾਂ ਟਾਈਮ ਲੈ ਕੇ ਚੱਲ, ਟਾਈਮ ਵੱਧ ਲੈ ਰਿਹਾ ਤਾਂ ਸਪੇਸ ਘੱਟ ਲਏਗਾ। ਠੀਕ ਹੈ, ਅਗਰ ਆਪਣਾ ਸਪੇਸ ਵੱਧ ਲੈ ਰਿਹਾ ਤਾਂ ਉਹ ਟਾਈਮ ਘੱਟ ਲਏਗਾ। ਸੋ ਇੱਕ ਟਾਈਮ ਸਪੇਸ ਟਰੇਡ ਆਫ ਹੈ ਜਿਹੜੀ ਉਹ ਕੀ ਹੈ, ਇਹਨਾਂ ਦੇ ਵਿੱਚ ਐਗਜ਼ਿਸਟ ਕਰਦੀ ਹੈ, ਟਾਈਮ ਐਂਡ ਸਪੇਸ ਦੇ ਵਿੱਚ। ਕਿ ਅਗਰ ਸਪੇਸ ਆਪਣਾ ਕੰਸਟ੍ਰੇਂਟ ਹੈ, ਠੀਕ ਹੈ, ਆਪਾਂ ਚਾਹੁੰਦੇ ਹਾਂ ਵੀ ਸਪੇਸ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ, then we have to choose a program that requires less space at the cost of more execution time। ठीक है जी। next की है point, we have to choose a program that takes less time and to complete its execution at the cost of more space। ठीक है, मतलब एक फैक्टर ਲਈ ਆਪਾਂ ਨੂੰ ਸੈਕਰੀਫਾਈਸ ਕਰਨਾ ਪਏਗਾ ਕਿ ਅਗਰ ਇੱਕ ਐਲਗੋਰਿਦਮ ਜਿਹੜਾ ਟਾਈਮ ਘੱਟ ਲੈ ਰਿਹਾ, ਠੀਕ ਹੈ, ਜਾਂ ਸਪੇਸ ਘੱਟ ਲੈ ਰਿਹਾ, ਤਾਂ ਉਹ ਟਾਈਮ ਵੱਧ ਲੈ ਸਕਦਾ, ਪੋਸੀਬਿਲਿਟੀ ਹੈਗੀ ਹੈ। ਠੀਕ ਹੈ, ਅਗਰ ਉਹ ਟਾਈਮ ਜਿਹੜਾ ਉਹ ਵੱਧ ਲੈ ਰਿਹਾ ਤਾਂ ਹੋ ਸਕਦਾ ਉਹ ਸਪੇਸ ਜਿਹੜੀ ਉਹ ਘੱਟ ਲੈ ਰਿਹਾ ਹੋਵੇ। ਠੀਕ ਹੈ ਜੀ, ਕਿ ਆਲਵੇਜ਼ ਪੋਸੀਬਲ ਨਹੀਂ ਹੈ ਕਿ ਆਪਾਂ ਨੂੰ ਦੋਨਾਂ ਫੈਕਟਰਸ ਨੂੰ ਅਚੀਵ ਕਰ ਸਕਦੇ ਹਾਂ। ਠੀਕ ਹੈ, ਬਿਗ ਓ ਨੋਟੇਸ਼ਨ ਹੈ, ਬਿਗ ਓ ਨੋਟੇਸ਼ਨ ਜਾਂ ਇਹਨੂੰ ਬੋਲਦੇ ਬਿਗ ਓ ਐਚ ਨੋਟੇਸ਼ਨ। ਠੀਕ ਹੈ ਜੀ, ਹੁਣ ਇਹ ਜਿਹੜੀ ਮੈਥਮੈਟੀਕਲ ਨੋਟੇਸ਼ਨਸ ਨੇ, ਠੀਕ ਹੈ, ਜਿਨ੍ਹਾਂ ਦੇ ਨਾਲ ਆਪਾਂ ਟਾਈਮ ਕੰਪਲੈਕਸਿਟੀ ਜਿਹੜੀ ਆ ਉਹ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪਣੇ ਕੋਲ ਕੰਪਲੈਕਸ ਐਲਗੋਰਿਦਮਸ ਆਉਂਦੇ ਨੇ, ਕੰਪਲੈਕਸ ਐਲਗੋਰਿਦਮਸ ਹੁੰਦੇ ਆ ਜਿਨ੍ਹਾਂ ਦੀ ਜਦੋਂ ਆਪਾਂ ਟਾਈਮ ਕੰਪਲੈਕਸਿਟੀ ਕੈਲਕੂਲੇਟ ਹੁੰਦੀ ਹੈ ਤਾਂ ਇਨਫਾਈਨਾਈਟ ਹੋ ਜਾਂਦੀ ਹੈ। ਠੀਕ ਹੈ, ਜੋ ਆਪਣੇ ਕੋਲ ਆਊਟਪੁੱਟ ਆ ਰਹੀ ਹੁੰਦੀ ਹੈ ਨਾ, ਉਹ ਇਨਫਾਈਨਾਈਟ ਹੁੰਦੀ ਹੈ। ਠੀਕ ਹੈ ਜੀ, ਤਾਂ ਉਹ ਆਊਟਪੁੱਟ ਨੂੰ ਜਿਹੜਾ ਹੈ ਟਾਈਮ ਕੰਪਲੈਕਸਿਟੀ ਨੂੰ ਫਾਈਨਾਈਟ ਕਰਨ ਲਈ ਆਪਣੇ ਕੋਲ ਇਹ ਕੁਛ ਨੋਟੇਸ਼ਨਸ ਨੇ, ਇਹ ਕੁਛ ਟੈਕਨੀਕਸ ਨੇ, ਮੈਥਡਸ ਨੇ। ਠੀਕ ਹੈ, ਜਿਨ੍ਹਾਂ ਦੇ ਨਾਲ ਆਪਾਂ ਟਾਈਮ ਕੰਪਲੈਕਸਿਟੀ ਹੈ ਜਿਹੜੀ ਡਿਫਰੈਂਟ ਐਲਗੋਰਿਦਮਸ ਦੀ ਉਹ ਫਾਈਂਡ ਆਊਟ ਕਰਕੇ ਮੇਜਰ ਕਰ ਸਕਦੇ ਹਾਂ। ਕਲੀਅਰ। ਹੁਣ ਇੱਥੇ ਆਪਣੇ ਕੋਲ ਗਿਵਨ ਹੈ ਕਿ ਐਮ ਜਿਹੜਾ ਹੈ ਉਹ ਐਲਗੋਰਿਦਮ ਹੈ, ਐਨ ਜਿਹੜਾ ਉਹ ਸਾਈਜ਼ ਆਫ ਇਨਪੁਟ ਹੈ, ਅਤੇ ਕੰਪਲੈਕਸਿਟੀ ਆਫ ਐਲਗੋਰਿਦਮ ਕੀ ਹੈ, ਫੰਕਸ਼ਨ ਆਫ ਇਨਪੁਟ ਸਾਈਜ਼, ਫੰਕਸ਼ਨ ਆਫ ਇਨਪੁਟ ਸਾਈਜ਼। ਠੀਕ ਹੈ ਜੀ, ਇਹ ਆਪਾਂ ਇੱਥੇ ਲਗਾਤਾ ਕਿਉਂਕਿ ਇਨਪੁਟ ਸਾਈਜ਼ ਵੱਧਦਾ ਹੈ ਤਾਂ ਜਿਹੜੀ ਟਾਈਮ ਕੰਪਲੈਕਸਿਟੀ ਉਹ ਵੀ ਵੱਧਦੀ ਹੈ। ਕਲੀਅਰ। ਇਟ ਇਜ਼ ਅ ਰੇਟ ਆਫ ਇਨਕਰੀਜ਼ ਆਫ ਐਫ ਐਨ that we want to examine। rate of increase मतलब टाइम complexity किन्नी रेट नाल ओहदी वध रही है। ठीक है, फंक्शन ने कि आपां जिहड़ा है फंक्शन ऑफ इनपुट साइज जिहड़ा आपां कंपेयर कर रहे हैं स्टैंडर्ड फंक्शनस दे नाल। ठीक है जी, द रेट ऑफ ग्रोथ फॉर मोर दोज स्टैंडर्ड्स फंक्शनस आर इंडिकेटेड। ठीक है जी, ਹੁਣ ਇਹ ਆਪਣੇ ਕੋਲ ਇਨਪੁਟ ਸਾਈਜ਼ ਹੈ, ਇੱਥੇ log n, n log n, n log n, n ਸਕੇਅਰ n ਕਿਊਬ ਤੇ 2 ਦੀ ਪਾਵਰ n। ਠੀਕ ਹੈ ਜੀ, 2 ਦੀ ਪਾਵਰ n ਕੀ ਹੈ, ਐਕਸਪੋਨੈਂਸ਼ੀਅਲ। ਠੀਕ ਹੈ, ਉੱਪਰ ਲਿਖੇ ਵੀ ਹੋਏ ਆ ਨਾਮ, ਉੱਥੋਂ ਤੁਸੀਂ ਦੇਖ ਸਕਦੇ ਹੋ। n ਅਗਰ ਹੈ ਤਾਂ ਉਹ ਲੀਨੀਅਰ ਹੈ, n ਸਕੇਅਰ ਹੈ ਤਾਂ ਕੁਆਡਰੇਟਿਕ ਹੈ, ਕਿਊਬਿਕ n ਕਿਊਬ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ 5 ਜਿਹੜਾ ਇਨਪੁਟ ਸਾਈਜ਼ ਹੈ। ਠੀਕ ਹੈ ਜੀ, ਆਪਾਂ ਕੁਛ ਮਤਲਬ ਵੈਲਿਊਜ਼ ਲੈ ਕੇ, ਸਟੈਂਡਰਡ ਵੈਲਿਊਜ਼ ਲੈ ਕੇ ਆਪਾਂ ਉਹਨਾਂ ਦੇ ਵਿੱਚ ਜੋ ਇਨਕਰੀਜ਼ ਹੋ ਰਿਹਾ ਹੈ, ਠੀਕ ਹੈ ਜੀ, ਕਿ ਅਗਰ ਇਨਪੁਟ ਵੱਧ ਰਹੀ ਹੈ ਤਾਂ ਕਿੰਨੀ ਰੇਟ ਦੇ ਨਾਲ ਜਿਹੜਾ ਉਹਦਾ ਟਾਈਮ ਕੰਪਲੈਕਸਿਟੀ ਵੱਧ ਰਹੀ ਹੈ, ਇਹ ਆਪਾਂ ਮੇਜਰ ਕਰ ਸਕਦੇ ਹਾਂ। ਠੀਕ ਹੈ ਜੀ, ਹੁਣ ਇੱਥੇ ਦੇਖੋ ਜੀ, ਪਹਿਲਾਂ ਇਨਪੁਟ ਸਾਈਜ਼ 5 ਸੀ ਅਤੇ ਐਨ log n ਦੀ ਵੈਲਿਊ ਕਿੰਨੀ ਆ ਰਹੀ ਹੈ, 3, n ਦੀ ਵੈਲਿਊ 5 ਹੈ, n log n 15, n ਸਕੇਅਰ n ਕਿਊਬ ਅਤੇ ਐਕਸਪੋਨੈਂਸ਼ੀਅਲ। ਉਸ ਤੋਂ ਬਾਅਦ ਅਗਰ ਆਪਾਂ ਇਨਪੁਟ ਸਾਈਜ਼ ਦਿੰਦੇ 10, ਠੀਕ ਹੈ ਜੀ, ਅਤੇ ਫਿਰ log n ਕਿੰਨਾ 4 ਆ ਗਿਆ, n 10 ਆ ਗਿਆ, n log n, n ਸਕੇਅਰ n ਕਿਊਬ ਅਤੇ 2 ਦੀ ਪਾਵਰ n। ਠੀਕ ਹੈ ਜੀ, ਇਹ ਕੁਛ ਸਟੈਂਡਰਡਸ ਹੈ ਨੇ ਆਪਣੇ ਕੋਲ
ਟੈਕਨੀਕਸ ਮੈਥਡਸ, ਠੀਕ ਹੈ, ਜਿਨ੍ਹਾਂ ਦੇ ਨਾਲ ਆਪਾਂ ਟਾਈਮ ਕੰਪਲੈਕਸਿਟੀ ਜਿਹੜੀ ਹੈ ਉਹ ਮੈਜ਼ਰ ਕਰ ਸਕਦੇ ਹਾਂ। ਕੀ ਹੈ ਪੁਆਇੰਟ ਕਿ ਅਗਰ ਆਪਣੀ ਟਾਈਮ ਕੰਪਲੈਕਸਿਟੀ ਆਫ ਐਨ ਐਲਗੋਰਿਦਮ ਹੈ ਜਿਹੜੀ ਉਹ n ਹੈ, ਠੀਕ ਹੈ, n ਹੈ, ਦੈਨ ਦ ਐਲਗੋਰਿਦਮ ਇਜ਼ ਸੈਡ ਟੂ ਬੀ ਲੀਨੀਅਰ, ਠੀਕ ਹੈ। ਇਹ ਆਪਾਂ ਦੇਖਿਆ ਇੱਥੇ ਕਿ n ਵਾਲਾ ਕਿਹੜਾ ਲੀਨੀਅਰ, ਠੀਕ ਹੈ ਜੀ। then the algorithm is said to be linear in this case where processing has to be carried out on each individual element of the input. In this case time required by an algorithm is linear proportionally to n, ठीक है जी। भी अगर n इंक्रीज़ ਹੁੰਦਾ है तो टाइम कंपलैक्सिटी भी इंक्रीज़ होएगी, ठीक है जी। नेक्स्ट की है पॉइंट n स्केयर। When complexity of an algorithm is n square, the algorithm is said to be quadratic. As n square increases very rapidly, with the increase in the n, ठीक है जी। Quadratic algorithms are practically useful only for relatively small problems, ठीक है, small problems ਲਈ यूजफुल है। ਨੈਕਸਟ ਆਪਣੇ ਕੋਲ ਹੈ n ਕਿਊਬ, ਜਿਹੜੀ ਨੈਕਸਟ ਫੰਕਸ਼ਨ ਹੈ ਉਹ ਕੀ ਹੈ n ਕਿਊਬ। ਹੁਣ ਅਗਰ ਆਪਣੇ ਕਿਸੇ ਐਲਗੋਰਿਦਮ ਦੀ ਕੰਪਲੈਕਸਿਟੀ ਜਿਹੜੀ n ਕਿਊਬ ਆਏਗੀ ਦੈਨ ਐਲਗੋਰਿਦਮ ਇਜ਼ ਸੈਡ ਟੂ ਬੀ ਕਿਊਬਿਕ, ਠੀਕ ਹੈ। ਥੀਸ ਟਾਈਪ ਆਫ ਐਲਗੋਰਿਦਮਸ ਆਰ ਨੈਵਰ ਪ੍ਰੈਕਟੀਕਲੀ ਯੂਜ਼ਡ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ log n। ਅਗਰ ਕਿਸੇ ਐਲਗੋਰਿਦਮ ਦੀ ਕੰਪਲੈਕਸਿਟੀ n ਕਿਊਬ ਹੈ, ठीक है जी, नंबर ऑफ की ऑपरेशंस ਤੇ ਡਿਪੈਂਡ ਕਰਦਾ ਹੈ ਕਿ ਕਿੰਨੇ ਨੰਬਰ ਆਫ ਕੀ ਆਪਰੇਸ਼ਨਸ ਆਪਾਂ ਨੂੰ ਚਲਾਉਣੇ ਪੈਂਦੇ ਆ, ਠੀਕ ਹੈ ਜੀ। ਤੇ ਦੈਨ ਉਹ ਐਲਗੋਰਿਦਮ ਨੂੰ ਆਪਾਂ ਕੀ ਬੋਲਾਂਗੇ, ਕਿਊਬਿਕ। ਥੀਸ ਟਾਈਪਸ ਆਫ ਐਲਗੋਰਿਦਮ ਆਰ ਨੈਵਰ ਪ੍ਰੈਕਟੀਕਲੀ ਯੂਜ਼ਡ। ਨੈਕਸਟ ਹੈ log n। when an algorithm when the time complexity of an algorithm is log n, then the algorithm is said to be logarithmic, clear। when a program is logarithmic, the program becomes slightly slower as n increases. This time complexity usually occurs in algorithm which solve big problems by transforming it into smaller ones। logarithmic ਦਾ ਟੇਬਲ ਦੇਖ ਸਕਦੇ ਹੋ ਕਿ log n ਕਿ ਜਦੋਂ n ਦੇ ਵਿੱਚ ਆਪਾਂ ਕਿੰਨਾ ਇਨਕਰੀਜ਼ ਕਰ ਰਹੇ ਹਾਂ, ਬਟ ਜਿਹੜੀ ਇਹਦੀ log n ਵੈਲਿਊ ਹੈ ਉਹ ਕਿੰਨੀ ਘਟ ਰਹੀ ਹੈ, ਠੀਕ ਹੈ, ਕਿੰਨੀ ਘੱਟ ਅਮਾਊਂਟ ਨਾਲ ਜਿਹੜਾ ਹੈ ਉਹ ਇਨਕਰੀਜ਼ ਹੋ ਰਹੀ ਹੈ, ਠੀਕ ਹੈ ਜੀ। ਵੀ ਸਲੋਅਰ ਹੋ ਰਿਹਾ ਹੈ ਐਲਗੋਰਿਦਮ ਇੱਥੇ, ਠੀਕ ਹੈ ਜੀ। ਅਤੇ ਇਹ log n ਦਾ ਕੀ ਦੱਸਿਆ ਇੱਥੇ ਕਿ log n ਟਾਈਮ ਕੰਪਲੈਕਸਿਟੀ ਉਹਨਾਂ ਐਲਗੋਰਿਦਮਸ 'ਚ ਆਏਗੀ ਜਿਹੜੇ ਬਿਗ ਪ੍ਰੋਬਲਮਸ ਨੂੰ ਸੋਲਵ ਕਰਦੇ ਆ ਬਾਏ ਟਰਾਂਸਫਾਰਮ ਇਟ ਇਨਟੂ ਸਮਾਲਰ ਵਨ, ਮਤਲਬ ਡੀਕੰਪੋਜ਼ਿੰਗ ਕਰਕੇ ਜਿਹੜੇ ਲਾਰਜ ਪ੍ਰੋਬਲਮਸ ਨੂੰ ਜਿਹੜੇ ਸੋਲਵ ਕਰਦੇ ਆ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੈ n log n। n log n ਕੰਪਲੈਕਸਿਟੀ ਕਦੋਂ ਅਕਰ ਹੋਏਗੀ ਐਲਗੋਰਿਦਮ ਦੀ ਵਿਚ ਸੋਲਵ ਪ੍ਰੋਬਲਮਸ ਬਾਏ ਬ੍ਰੇਕਿੰਗ ਇਨਟੂ ਸਮਾਲਰ ਸਬ ਪ੍ਰੋਬਲਮਸ ਐਂਡ ਸੋਲਵ ਦੀਸ ਸਬ ਪ੍ਰੋਬਲਮਸ ਇੰਡੀਪੈਂਡੈਂਟਲੀ, ਕਲੀਅਰ। ਨੈਕਸਟ ਆਪਣੇ ਕੋਲ ਹੈ ਐਕਸਪੋਨੈਂਸ਼ੀਅਲ। ਹੁਣ ਐਕਸਪੋਨੈਂਸ਼ੀਅਲ ਟਾਈਮ ਕੰਪਲੈਕਸਿਟੀ ਕਦੋਂ ਅਕਰ ਹੋਏਗੀ, ਹੁਣ ਜਦੋਂ 2 ਦੀ ਪਾਵਰ n 'ਚ ਆਏਗੀ ਆਪਣੀ ਟਾਈਮ ਕੰਪਲੈਕਸਿਟੀ, ਤਾਂ ਉਹ ਕੀ ਐਲਗੋਰਿਦਮ ਕਿਹੜਾ ਹੋਏਗਾ, exponential। these are not suitable for practical use, ठीक है जी। देख सकते हो स्टैंडर्ड फॉर्मैट है जोड़ा कि सब तो घट टाइम कंपलैक्सिटी होगी log n, फिर n है, n तो ग्रेटर किहड़ा है n log n, उस तो फिर ग्रेटर की होगा n स्केयर, n क्यूब, दैन एक्सपोनेंशियल, ठीक है। एक्सपोनेंशियल देखो कि तुसी सब तो हाई है, क्लीयर। बेस्ट एल्गोरिदम केड़ा जिहदी टाइम कंपलैक्सिटी जिहड़ी है वो घट होएगी। एग्जाम्पल है, ठीक है जी, टाइम कंपलैक्सिटी फाइंड आउट किवें करनी है, ठीक है। हुण आपां जिवें गल कीती है कि सर्चिंग टैक्नीक्स ने दो अपने कोल लीनियर सर्च ते बाइनरी सर्च, ठीक है। लीनियर सर्च के केस च की हुंदा है कि आपां जो भी नंबर आपां सर्च करना है उन्होंने 1 बाय 1 पूरी लिस्ट के नाल आपां कंपेयर करते हैं जिन्ने भी नंबर्स हुंदे आ, ठीक है।
ਤੇ ਉਹਦੇ ਕੇਸ 'ਚ ਕੀ ਹੁੰਦਾ ਕਿ ਟਾਈਮ ਕੰਪਲੈਕਸਿਟੀ ਜਿਹੜੀ ਉਹਦੀ ਮੈਕਸਿਮਮ ਜਿਹੜੀ ਟਾਈਮ ਕੰਪਲੈਕਸਿਟੀ ਆਪਾਂ ਕਹਿ ਲਈਏ ਵਰਸਟ ਕੇਸ ਜਿਹੜੀ ਹੈਗੀ ਜਿਹਦੇ 'ਚ ਮੈਕਸਿਮਮ ਨੰਬਰ ਆਫ ਸਟੈਪਸ ਚਲਾਉਣੇ ਪੈਂਦੇ ਆ, ਉਹ ਕਿੰਨੀ ਹੁੰਦੀ n ਹੁੰਦੀ ਹੈ। ਜਿੰਨੇ ਨੰਬਰ ਆਫ ਟੋਟਲ ਐਲੀਮੈਂਟਸ ਨੇ ਓਨੇ ਹੀ ਨੰਬਰ ਆਫ ਕੰਪੈਰੀਜ਼ਨਸ ਹੋਣਗੇ ਉਹਦੇ ਵਿੱਚ। ਠੀਕ ਹੈ ਜੀ। ਹੁਣ ਲੀਨੀਅਰ ਸਰਚ ਉੱਥੇ ਯੂਜ਼ ਹੁੰਦਾ ਜਿੱਥੇ ਆਪਣੇ ਕੋਲ ਜਿਹੜਾ ਐਰੇ ਹੈ ਉਹ ਅਨਆਰਡਰਡ ਹੋਵੇ, ਕਿਸੇ ਆਰਡਰ ਵਿੱਚ ਐਲੀਮੈਂਟ ਨਾ ਹੋਣ। ਠੀਕ ਹੈ ਜੀ। ਜ਼ਿਆਦਾ ਸੁਟੇਬਲ ਉੱਥੇ ਹੈ। ਕਲੀਅਰ। ਬਾਕੀ ਅਗਰ ਆਪਣੇ ਕੋਲ ਐਰੇ ਜਿਹੜਾ ਸੌਰਟਡ ਹੈ ਉੱਥੇ ਵੀ ਆਪਾਂ ਅਪਲਾਈ ਕਰ ਸਕਦੇ ਹਾਂ, ਪਰ ਉੱਥੇ ਅਪਲਾਈ ਕਰਨ ਲਈ ਆਪਣੇ ਕੋਲ ਜਿਹੜਾ ਮੈਥਡ ਹੈਗਾ ਉਹ ਹੈਗਾ ਬਾਈਨਰੀ ਸਰਚ। ਠੀਕ ਹੈ ਜੀ। ਹੁਣ ਬਾਈਨਰੀ ਸਰਚ ਜਿਹੜਾ ਐਲਗੋਰਿਦਮ ਹੈ, ਕਿਉਂਕਿ ਹੁਣੇ ਆਪਾਂ ਇੱਕ ਫੋਰਮੈਟ ਦੇਖਿਆ, ਠੀਕ ਹੈ, ਇਹ ਫੋਰਮੈਟ ਆਪਾਂ ਹੁਣੇ ਦੇਖ ਕੇ ਆਏ ਹਾਂ ਕਿ ਜਿਹੜੀ log n ਹੈ ਉਹ ਸਮੋਲਰ ਹੈ ਦੈਨ ਉਹ n ਦੇ। ਠੀਕ ਹੈ। log n ਜਿਹੜੀ ਟਾਈਮ ਕੰਪਲੈਕਸਿਟੀ ਘੱਟ ਹੈ n ਤੋਂ, ਲੀਨੀਅਰ ਤੋਂ ਵੀ। ਠੀਕ ਹੈ, ਕਿ ਮੈਕਸਿਮਮ ਜਿਹੜੀ ਉਹਦੀ ਨੰਬਰ ਆਫ ਆਪਰੇਸ਼ਨਸ ਨੇ ਉਹਦੇ ਵਿੱਚ n ਹੈ ਲੀਨੀਅਰ ਸਰਚ 'ਚ। ਠੀਕ ਹੈ। ਵਰਸਟ ਕੇਸ ਕੰਪਲੈਕਸਿਟੀ ਉਹਦੀ on ਹੈ, ਪਰ ਜਿਹੜਾ ਬਾਈਨਰੀ ਸਰਚ ਹੈ ਉਹਦੀ ਵਰਸਟ ਕੇਸ ਕੰਪਲੈਕਸਿਟੀ ਆਪਣੇ ਕੋਲ ਹੈਗੀ ਹੈ log n। ਠੀਕ ਹੈ ਜੀ। ਇਸ ਕਰਕੇ ਆਪਾਂ ਸੌਰਟਡ ਲਿਸਟ ਦੇ ਉੱਪਰ ਬਾਈਨਰੀ ਸਰਚ ਜਿਹੜਾ ਉਹਨੂੰ ਆਪਾਂ ਅਪਲਾਈ ਕਰਦੇ ਹਾਂ। ਠੀਕ ਹੈ ਜੀ। ਆਪਾਂ ਹੁਣੇ ਦੇਖਦੇ ਹਾਂ ਵੀ ਕਿਵੇਂ ਜਿਹੜੀ ਸਰਚ ਇਹਦੀ ਆਉਂਦੀ ਹੈ। ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹਦਾ ਆਈਡੀਆ ਦੇ ਦਿੰਦਾ ਕਿ ਬਾਈਨਰੀ ਸਰਚ ਕੰਮ ਕਿਵੇਂ ਕਰਦਾ ਹੈ। ਕਿ ਅਗਰ ਆਪਣੇ ਕੋਲ ਇੱਕ ਲਿਸਟ ਹੈ, ਨੰਬਰਸ ਦੀ ਲਿਸਟ ਹੈ ਆਪਣੇ ਕੋਲ, ਠੀਕ ਹੈ ਜੀ, ਸਭ ਤੋਂ ਪਹਿਲਾਂ ਇਹਨੇ ਫਾਈਂਡ ਆਊਟ ਕਰਨਾ ਹਾਫ ਲਿਸਟ ਦਾ। ਠੀਕ ਹੈ। ਫਿਰ ਜੋ ਵੀ ਹਾਫ ਵੈਲਿਊ ਆਏਗੀ ਇਹਦੇ ਨਾਲ ਉਹ ਨੰਬਰ ਨੂੰ ਕੰਪੇਅਰ ਕਰੇਗਾ ਜਿਹੜਾ ਆਪਾਂ ਸਰਚ ਕਰਨਾ ਹੈ। ਅਗਰ ਤੇ ਉਹ ਨੰਬਰ ਲੈਸ ਦੈਨ ਹੈ, ਠੀਕ ਹੈ, ਦੈਨ ਉਹ ਇਹ ਫਸਟ ਹਾਫ 'ਚ ਹੋਏਗਾ। ਅਗਰ ਨੰਬਰ ਗ੍ਰੇਟਰ ਦੈਨ ਹੈ ਇਸ ਵੈਲਿਊ ਤੋਂ ਤੇ ਉਹ ਸੈਕਿੰਡ ਹਾਫ 'ਚ ਹੋਏਗਾ। ਠੀਕ ਹੈ ਜੀ। ਅਗਰ ਸਪੋਜ਼ ਫਸਟ ਹਾਫ 'ਚ ਹੈ ਆਪਣੇ ਕੋਲ, ਫਿਰ ਇਹ ਫਸਟ ਹਾਫ ਦਾ ਜਿਹੜਾ ਹੈਗਾ ਇਹਦਾ ਵੀ ਮਿਡ ਵੈਲਿਊ ਫਾਈਂਡ ਕਰੇਗਾ, ਫਿਰ ਉਹਦੇ ਨਾਲ ਕੰਪੇਅਰਿੰਗ ਕਰੇਗਾ। ਅਗਰ ਉਹ ਲੈਸ ਹੋਇਆ ਆਪਣਾ ਨੰਬਰ ਮਿਡ ਵੈਲਿਊ ਤੋਂ, ਠੀਕ ਹੈ, ਦੈਨ ਫਰਦਰ ਇਹਨੂੰ ਵੀ ਡੀਕੰਪੋਜ਼ ਕੀਤਾ ਜਾਏਗਾ। ਠੀਕ ਹੈ। ਅਗਰ ਗ੍ਰੇਟਰ ਹੈ ਤਾਂ ਰਾਈਟ ਸਾਈਡ ਹੋਏਗਾ, ਅਗਰ ਸਮੋਲਰ ਹੈ ਤਾਂ ਮਿਡ ਵੈਲਿਊ ਤੋਂ ਲੈਫਟ ਸਾਈਡ ਜਿਹੜੀ ਲੈਫਟ ਲਿਸਟ ਹੋਏਗੀ, ਲੈਫਟ ਸਬ ਪਾਰਟ ਹੋਏਗਾ ਉਹਦੇ ਵਿੱਚ ਹੋਏਗਾ। ਠੀਕ ਹੈ। ਅਤੇ ਹਰ ਸਟੈਪ 'ਤੇ ਹਰ ਆਈਟਰੇਸ਼ਨ 'ਤੇ ਜਿਹੜੀ ਲਿਸਟ ਡੀਕੰਪੋਜ਼ ਹੋ ਰਹੀ ਹੈ। ਠੀਕ ਹੈ ਜੀ। ਹੁਣ ਜਿਵੇਂ ਇੱਥੇ ਐਗਜ਼ਾਮਪਲ ਵਿੱਚ ਆਪਾਂ ਨੂੰ ਦੱਸਿਆ ਕਿ ਲੈਂਥ ਆਫ ਐਰੇ n ਹੈ ਫਸਟ ਆਈਟਰੇਸ਼ਨ ਦੇ ਵਿੱਚ, ਸੈਕਿੰਡ ਦੇ ਵਿੱਚ ਕੀ ਹੋਏਗਾ n/2 ਹੋ ਜਾਏਗਾ, ਮਤਲਬ ਮਿਡ ਵੈਲਿਊ ਫਾਈਂਡ ਕਰ ਲਏਗਾ। ਠੀਕ ਹੈ ਜੀ। ਥਰਡ ਦੇ ਵਿੱਚ ਕੀ ਕੀਤਾ ਗਿਆ ਹੈ, ਥਰਡ ਆਈਟਰੇਸ਼ਨ ਦੇ ਵਿੱਚ ਕੀ ਹੋਇਆ ਕਿ ਫਰਦਰ ਫਿਰ ਜਿਹੜਾ ਆਪਣੇ ਕੋਲ ਹਾਫ ਆਇਆ ਸੀਗਾ n/2 ਆਇਆ ਸੀ, ਉਹਨੂੰ ਫਰਦਰ ਆਪਾਂ ਹਾਫ ਕਰ ਲਿਆ ਹੋਇਆ ਹੈ। ਕਲੀਅਰ। ਅਤੇ ਇਹਨੂੰ ਸੋਲਵ ਕਰਕੇ ਆਪਣੇ ਕੋਲ ਇਹ ਵੈਲਿਊ ਆ ਜਾਣੀ ਹੈ n/2 ਦੀ ਪਾਵਰ 2। ਠੀਕ ਹੈ ਜੀ। ਉਸ ਤੋਂ ਬਾਅਦ ਇੱਦਾਂ ਹੀ ਜਦੋਂ ਚੱਲਦਾ ਜਾਣਾ ਹੈ ਤਾਂ ਆਈਟਰੇਸ਼ਨ kth ਕਿਹੜੀ ਆ ਜਾਣੀ, ਉਹ ਆ ਜਾਣੀ n ਦੀ ਪਾਵਰ 2 ਦੀ ਪਾਵਰ k। ਠੀਕ ਹੈ। n/2 ਰੇਸ ਟੂ ਪਾਵਰ k। ਓਕੇ। ਇਹ ਆਪਣੀ k ਕੋਈ ਕੌਂਸਟੈਂਟ ਹੈ ਵੀ ਕਿੰਨੀ ਨੰਬਰ ਆਫ ਆਈਟਰੇਸ਼ਨਸ ਨੇ, ਇੱਕ ਜਨਰਲ ਆਪਾਂ ਲੈ ਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਆਫਟਰ k ਡਿਵੀਜ਼ਨਸ the length of the array becomes 1। ਠੀਕ ਹੈ ਜੀ। ਮੈਕਸਿਮਮ ਜਦੋਂ ਵੀ ਚੱਲ ਗਈਆਂ ਲਾਸਟ ਤੱਕ ਆਪਾਂ ਪਹੁੰਚ ਗਏ ਹਾਂ ਅਤੇ ਡੀਕੰਪੋਜ਼ ਕਰਦੇ ਗਏ ਹਾਂ, ਅਤੇ ਇੱਕ ਟਾਈਮ 'ਤੇ ਆ ਕੇ ਐਰੇ ਦੀ ਲੈਂਥ 1 ਹੀ ਰਹਿ ਜਾਣੀ, 1 ਹੀ ਐਲੀਮੈਂਟ ਬਚਣਾ ਉਹਦੇ 'ਚ। ਠੀਕ ਹੈ ਜੀ। ਹੁਣ k ਨੰਬਰ ਆਫ ਆਈਟਰੇਸ਼ਨਸ 'ਤੇ ਇੱਦਾਂ ਹੋਏਗਾ। ਠੀਕ ਹੈ ਜੀ। ਇਸ ਕਰਕੇ ਆਪਾਂ ਲਿਖਤਾ n/2 ਦੀ ਪਾਵਰ k = 1। ਠੀਕ ਹੈ ਜੀ। ਅਤੇ ਇਹਨੂੰ ਸੋਲਵ ਆਪਾਂ ਕੀਤਾ ਅਤੇ ਕੀ ਆ ਗਿਆ n = 2 ਦੀ ਪਾਵਰ k। ਠੀਕ ਹੈ ਜੀ। ਉਸ ਤੋਂ ਬਾਅਦ ਇਹ ਆਪਣੇ ਕੋਲ ਮੈਥਡ ਹੈ ਕਿ ਆਪਾਂ log ਜਿਹੜੇ ਉਹ ਲੈ ਲੈਂਦੇ ਹਾਂ ਬੋਥ ਸਾਈਡਸ ਉੱਪਰ। ਠੀਕ ਹੈ ਜੀ। log n log 2 ਦੀ ਪਾਵਰ k। ਠੀਕ ਹੈ ਜੀ। log 2n k ਜਿਹੜਾ ਹੈ ਉਹ ਅੱਗੇ ਆ ਜਾਣਾ। ਠੀਕ ਹੈ। k log 2 ਬਣ ਜਾਣਾ। ਠੀਕ ਹੈ ਜੀ। ਅਤੇ ਇਹ ਆਪਣੀ ਜਿਹੜੀ ਵੈਲਿਊ ਉਹ ਬਣ ਜਾਣੀ 1। ਠੀਕ ਹੈ ਜੀ। ਇਹ ਤੁਹਾਨੂੰ ਦੱਸਿਆ ਨਾਲ ਕਿ log a ਬ੍ਰੈਕਟ 'ਚ = ਕਿੰਨਾ ਹੁੰਦਾ 1। ਠੀਕ ਹੈ ਜੀ।
ਉਸ ਤੋਂ ਬਾਅਦ ਕੀ ਹੋਇਆ ਕਿ ਇਹ ਆਪਣੇ ਕੋਲ ਜਿਹੜਾ ਸੀ ਇਹ ਆਪਣੇ ਕੋਲ 1 ਆ ਗਿਆ, ਠੀਕ ਹੈ ਜੀ। ਤੇ log n ਇਕੁਅਲ k, ਜਿਹੜੀ ਟਾਈਮ ਕੰਪਲੈਕਸਿਟੀ ਹੈ ਉਹ ਕਿੰਨੀ ਆ ਗਈ ਆਪਣੇ ਕੋਲ log 2n। ਕਲੀਅਰ, ਠੀਕ ਹੈ। ਦਿੱਤਾ ਹੈ ਤੁਹਾਨੂੰ ਕਿ ਤੁਹਾਡੀ ਕੰਪਲੈਕਸਿਟੀ ਨੂੰ ਆਪਾਂ ਕਿੱਦਾਂ ਫਾਈਂਡ ਕਰ ਸਕਦੇ ਹਾਂ। ਕਲੀਅਰ। ਹੁਣ ਇਸ ਲੈਕਚਰ ਦੇ ਵਿੱਚ ਆਪਾਂ ਦੇਖਿਆ ਕਿ ਐਲਗੋਰਿਦਮ ਕੀ ਹੈ, ਐਲਗੋਰਿਦਮ ਕੰਪਲੈਕਸਿਟੀ ਕੀ ਹੈ, ਠੀਕ ਹੈ ਜੀ, ਕਿ ਟਾਈਮ ਕੰਪਲੈਕਸਿਟੀ ਤੇ ਸਪੇਸ ਕੰਪਲੈਕਸਿਟੀ ਕੀ ਹੁੰਦੀ ਹੈ, ਤੇ ਨੋਟੇਸ਼ਨਸ ਆਪਾਂ ਜਿਹੜੀਆਂ ਯੂਜ਼ ਕਰਦੇ ਹਾਂ, ਠੀਕ ਹੈ। ਆਪਣੇ ਕੋਲ 3 ਨੋਟੇਸ਼ਨਸ ਹੁੰਦੀਆਂ ਨੇ, ਬਿਗ ਓ ਨੋਟੇਸ਼ਨ, ਥੀਟਾ ਨੋਟੇਸ਼ਨ, ਓਮੇਗਾ ਨੋਟੇਸ਼ਨ, ਜਿਹਦੇ ਵਿੱਚ ਆਪਾਂ ਬਿਗ ਓ ਨੋਟੇਸ਼ਨ ਨੂੰ ਇੱਥੇ ਆਪਾਂ ਯੂਜ਼ ਕਰ ਰਹੇ ਹਾਂ, ਠੀਕ ਹੈ। ਨੂੰ ਵਰਸਟ ਕੇਸ ਕੰਪਲੈਕਸਿਟੀ ਫਾਈਂਡ ਆਊਟ ਕਰਕੇ ਦੱਸਦੀ ਹੈ ਕਿ ਕਿਸੇ ਵੀ ਐਲਗੋਰਿਥਮ ਦੀ ਮੈਕਸਿਮਮ ਨੰਬਰ ਆਫ ਕਿੰਨੇ ਕੀ ਆਪਰੇਸ਼ਨਸ ਜਿਹੜੇ ਚੱਲਣੇ ਆ, ਠੀਕ ਹੈ ਜੀ। ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ। ਕਿਸੇ ਨੂੰ ਅਗਰ ਕੋਈ ਵੀ ਡਾਊਟ ਹੈ ਤਾਂ ਉਹ ਸੈਸ਼ਨ ਨੂੰ ਦੁਬਾਰਾ ਜ਼ਰੂਰ ਦੇਖ ਸਕਦਾ, ਠੀਕ ਹੈ ਜੀ। ਅਗਰ ਫਿਰ ਵੀ ਡਾਊਟ ਨਹੀਂ ਕਲੀਅਰ ਹੋ ਰਿਹਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ, ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਡਾ ਡਾਊਟ ਜਿਹੜਾ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਓਕੇ ਸਟੂਡੈਂਟਸ, ਥੈਂਕ ਯੂ ਫॉर ਵਾਚਿੰਗ।